गुड आफ्टरनून बच्चों नवा चैप्टर पढ़ांगे ਆਪਾਂ इंटेंसिव स्टडी ਦਾ नो टाइम फॉर फियर चैप्टर नंबर 10 ਆ नो टाइम फॉर फियर चैप्टर नंबर 10 पढ़ लगे ਅੱਜ ਆਪਾਂ इंट्रोडक्शन वाला पार्ट देखियो पहलों अ नेटिव ऑफ अटलांटा जॉर्जिया फिलिपियंसे earned his graduate degree in communications and English from Wheaton College Graduate School and the University of Chicago. ਇੱਥੇ ਕਿਹਦੇ ਬਾਰੇ ਦੱਸਿਆ ਗਿਆ ਵਾ ਜਿਹੜਾ ਲੇਖਕ ਆ ਫਿਲੀਪੀਐਂਸੀ ਇਹ ਕਿੱਥੋਂ ਦਾ ਵਸਨੀਕ ਆ ਐਟਲਾਂਟਾ ਜਾਰਜੀਆ ਦਾ ਇੱਥੋਂ ਦਾ ਨਿਵਾਸੀ ਆ ਵਸਨੀਕ ਆ ਤੇ ਕਿਹੜੇ ਕਾਲਜ ਤੋਂ ਇਹਨੇ ਡਿਗਰੀ ਹਾਸਲ ਕੀਤੀ ਆ ਵੈਟਨ ਕਾਲਜ ਗ੍ਰੈਜੂਏਟ ਸਕੂਲ ਐਂਡ ਯੂਨੀਵਰਸਿਟੀ ਆਫ ਚਿਕਾਗੋ ਇੱਥੋਂ ਇਹਨੇ ਕੀ ਹੋਇਆ ਵਾ ਗ੍ਰੈਜੂਏਟ ਹੋਇਆ ਡਿਗਰੀ ਇਨ ਕਮਿਊਨੀਕੇਸ਼ਨ ਜੋ ਵੀ ਸੰਚਾਰ ਦੀ ਡਿਗਰੀ ਹੁੰਦੀ ਹੈ ਕਮਿਊਨੀਕੇਸ਼ਨ ਦੀ ਤੇ ਇੰਗਲਿਸ਼ ਵਿਸ਼ੇ ਦੀ ਅੰਗਰੇਜ਼ੀ ਦੇ ਵਿਸ਼ੇ ਦੀ ਉਹ 'ਚ ਡਿਗਰੀ ਪ੍ਰਾਪਤ ਕੀਤੀ ਇਹਨੇ ਇਸ ਕਾਲਜ ਤੋਂ ਹੀ ਜੁਆਇਨਡ ਦਾ ਸਟਾਫ ਆਫ ਕੈਂਪਸ ਲਾਈਫ ਮੈਗਜ਼ੀਨ ਇਨ 1971 1971 ਦੇ ਵਿੱਚ ਉਹ ਕੈਂਪਸ ਲਾਈਫ ਮੈਗਜ਼ੀਨ ਦਾ ਕਰਮਚਾਰੀ ਵੀ ਬਣਿਆ ਐਂਡ ਵਰਕਡ ਦੇਅਰ ਐਜ਼ ਐਡੀਟਰ ਐਂਡ ਦੈਨ ਪਬਲਿਸ਼ਰ ਤੇ ਉੱਥੇ ਉਹਨੇ ਐਡੀਟਰ ਸੰਪਾਦਕ ਦੇ ਤੌਰ ਤੇ ਪਬਲਿਸ਼ਰ ਪ੍ਰਕਾਸ਼ਕ ਦੇ ਤੌਰ ਤੇ ਜਿਹੜੇ ਪਬਲਿਸ਼ ਕਰਦੇ ਮੈਗਜ਼ੀਨਾਂ ਨੂੰ ਉਹਦੇ ਤੌਰ ਤੇ ਕੰਮ ਕੀਤਾ he looks on those years with gratitude because ਉਹ ਜਿਹੜੇ ਉਹ ਸਾਲ ਹੀ ਇਹਦੇ ਜਦੋਂ ਇਹੋ ਜਿਹੇ ਕੰਮ ਵਿੱਚ ਲੱਗਾ ਸੀ ਉਹਨੂੰ ਬੜਾ ਹੀ ਗ੍ਰੈਟੀਟਿਊਡ ਹੁੰਦਾ ਵਾ ਅਹਿਸਾਨਮੰਦੀ ਦੇ ਨਾਲ ਦੇਖਦਾ ਉਹਨਾਂ ਸਾਲਾਂ ਨੂੰ ਵੀ ਉਹ ਸਾਲ ਇਹਦੇ ਬੜੇ ਵਧੀਆ ਸੀ because teenagers are demanding readers and writing for them taught him a lasting principle teenager ਜਿੱਦਾਂ ਆਪਾਂ ਕਹਿ ਲਈਏ ਕਿਸ਼ੋਰ ਅਵਸਥਾ ਵਾਲੇ ਉਹ ਬੜੀਆਂ ਹੀ ਉਮੀਦਾਂ ਰੱਖਣ ਵਾਲੇ ਪਾਠਕ ਹੁੰਦੇ ਆ ਡਿਮਾਂਡਿੰਗ ਰੀਡਰਸ ਹੁੰਦੇ ਆ ਤੇ ਉਹਨਾਂ ਦੇ ਲਈ ਲਿਖਣ ਦਾ ਕੰਮ ਬਹੁਤ ਹੀ ਵੱਡੇ ਸਿਧਾਂਤਾਂ ਵਾਲਾ ਹੁੰਦਾ ਵੀ ਜਿਹੜਾ ਉਹ ਉਹਨਾਂ ਟੀਨੇਜਰਸ ਦੀ ਜੋ ਉਹ ਪੜ੍ਹਨਾ ਚਾਹੁੰਦੇ ਉਹ ਚੀਜ਼ ਉਹਨਾਂ ਨੂੰ ਪੇਸ਼ ਕਰਨਾ ਤੇ ਇਹ ਉਦੋਂ ਇਹੋ ਜਿਹਾ ਕੰਮ ਕਰਦਾ ਸੀ ਤੇ ਇਹ ਬੜਾ ਉਹ ਸਾਲਾਂ ਨੂੰ ਵਧੀਆ ਸਮਝਦਾ ਰਿਹਾ ਦਾ ਰੀਡਰਸ ਇਜ਼ ਇਨ ਕੰਟਰੋਲ ਜਿਹੜੀ ਲਗਾਮ ਹੁੰਦੀ ਆ ਉਹ ਕਿਹਦੇ ਹੱਥ ਵਿੱਚ ਹੁੰਦੀ ਆ ਪਾਠਕ ਦੇ In 1978, Philippiensi became a full-time writer, initially working as a journalist for such varied publications as Reader's Digest Publications Weekly, National Wildlife, Christian Century and the Reformed Journal. ਸ਼ੁਰੂ ਦੇ ਵਿੱਚ ਜਿੱਦਾਂ ਇੱਥੇ ਨਾਮ ਆਇਆ ਰੀਡਰਸ ਡਾਈਜੈਸਟ ਪਬਲਿਸ਼ਰ ਵੀਕਲੀ ਨੈਸ਼ਨਲ ਵਾਈਲਡ ਲਾਈਫ ਕ੍ਰਿਸਚੀਅਨ ਸੈਂਚਰੀ ਤੇ ਇੱਕ ਨਾਮ ਆਇਆ ਵਾ ਰਿਫਾਰਮਡ ਜਰਨਲ ਇਹ ਇੱਦਾਂ ਦੇ ਜਿਹੜੇ ਜੋ ਵੀ ਹੈਗੇ ਹੀ ਜਿੱਦਾਂ ਆਪਾਂ ਕਹਿ ਸਕਦੇ ਹਾਂ ਪਬਲੀਕੇਸ਼ਨਸ ਪ੍ਰਕਾਸ਼ਨਸ ਉਹਨਾਂ ਦੇ ਲਈ ਪੱਤਰਕਾਰ ਦੇ ਰੂਪ ਵਿੱਚ ਇਹਨੇ ਕੰਮ ਕੀਤਾ ਫਿਲੀਪੀਐਂਸੀ ਨੇ ਲਿਖਿਆ ਨਾ ਬਿਕੇਮ ਅ ਫੁੱਲ ਟਾਈਮ ਰਾਈਟਰ ਵੀ ਪੂਰਨ ਰੂਪ ਦੇ ਵਿੱਚ ਵੀ ਇਹ ਨਹੀਂ ਵੀ ਪਾਰਟ ਟਾਈਮ ਫੁੱਲ ਟਾਈਮ ਰਾਈਟਰ ਹੀ ਇੱਕ ਪੱਤਰਕਾਰ ਦੇ ਤੌਰ ਤੇ ਇਹਨਾਂ ਦੇ ਵਿੱਚ ਇਹਨੇ ਕੰਮ ਕੀਤਾ ਤੇ 1978 ਦੇ ਵਿੱਚ ਇਹ ਪੂਰੀ ਤਰ੍ਹਾਂ ਨਾਲ ਇੱਕ ਹਿਸਾਬ ਦਾ ਲੇਖਕ ਬਣ ਚੁੱਕਿਆ ਸੀ For many years, he wrote a monthly column for Christian Today magazine. ਕਈ ਸਾਲਾਂ ਤੱਕ ਉਹਨੇ Christian Today magazine ਦੇ ਲਈ ਜੋ ਵੀ ਮੰਥਲੀ ਕਾਲਮ ਆਉਂਦਾ ਸੀ ਹਰ ਮਹੀਨੇ ਕੁਝ ਨਾ ਕੁਝ ਲੇਖ ਲਿਖਣਾ ਹੁੰਦਾ ਹੋਊਗਾ ਨਾ ਕੋਈ ਵੀ ਉਸ ਮੈਗਜ਼ੀਨ ਦੇ ਵਿੱਚ ਕੋਈ ਆਰਟੀਕਲ ਛਪਦਾ ਹੋਊਗਾ ਉਹ ਆਰਟੀਕਲ ਇਹਦਾ ਛਪਦਾ ਹੁੰਦਾ ਸੀ ਕਾਫੀ ਚਿਰ ਇਹਨੇ ਉਹਦੇ ਲਈ ਲਿਖਿਆ No Time for Fear is a story about the bravery of a young Canadian named Malcolm. ਆ ਜਿਹੜੀ ਕਹਾਣੀ ਹੈ No Time for Fear ਇਹ ਕਿਹਦੀ ਬਹਾਦਰੀ ਦੀ ਕਹਾਣੀ ਆ ਇੱਕ ਕੈਨੇਡਾ ਨਿਵਾਸੀ ਨੌਜਵਾਨ ਆ ਮੈਲਕਮ ਬੋਲਾਂਗੇ ਆਪਾਂ ਉਹਦੀ ਬਹਾਦਰੀ ਨਾਲ ਸੰਬੰਧਿਤ ਕਹਾਣੀ ਆ He saved his friend Bob from grizzly.
ਉਹਨੇ ਆਪਣੀ ਦੋਸਤ ਜਿਹਦਾ ਨਾਮ ਬਾਰਬੀ ਉਹਨੂੰ ਇੱਕ ਰੇਸ਼ ਤੋਂ ਬਚਾਇਆ, ਗ੍ਰਿਜ਼ਲੀ ਰੇਸ਼ ਨੂੰ ਕਹਿੰਦੇ ਨੇ। His terrible encounter with Grizzly explain the title No Time for Fear। ਜਿਹੜੀ ਉਹਦੀ ਰੇਸ਼ ਦੇ ਨਾਲ ਜ਼ਬਰਦਸਤ ਐਨਕਾਊਂਟਰ ਹੋਇਆ, ਝੜਪ ਹੋਈ ਹੈ, ਉਹ ਕਹਾਣੀ ਦਾ ਜਿਹੜਾ ਮੇਨ ਹੈਡਿੰਗ ਆ No Time for Fear ਉਹਦੀ ਵਿਆਖਿਆ ਕਰਦੀ ਪਈ ਹੈ। ਵੀ ਉਹ ਨਾਮ ਤੋਂ ਹੀ ਕਲੀਅਰ ਹੋਣ ਡਿਆ ਵੀ ਇਹ 'ਚ ਕਾਫੀ ਕੁਝ ਇੱਦਾਂ ਦਾ ਹੋਇਆ ਹੋਊਗਾ। He was reduced to a freak but Barb still loved him and married him। ਉਹਦਾ ਜਿਹੜਾ ਸਰੀਰਕ ਰੂਪ ਸੀ ਉਹ ਬੜਾ ਹੀ ਡਰਾਉਣਾ ਜਿਹਾ ਹੋ ਗਿਆ ਸੀ, ਕਿਉਂਕਿ ਉਹ ਰੇਸ਼ ਦੇ ਨਾਲ ਇੱਕ ਹਿਸਾਬ ਦਾ ਉਹਦਾ ਝਗੜਾ ਹੋ ਗਿਆ ਸੀ ਤੇ ਰੇਸ਼ ਦੇ ਪੰਜੇ ਮਾਰੇ ਹੋਣਗੇ ਜਾਂ ਜੋ ਕੀਤਾ ਹੋਊਗਾ, ਉਹਦਾ ਚਿਹਰਾ ਵਿਗਾੜਤਾ ਹੋਊਗਾ, ਉਹਦਾ ਸਰੀਰ ਪੂਰਾ ਖਰਾਬ ਕਰਤਾ ਸੀ ਉਹਨੇ। ਸਰੀਰਕ ਰੂਪ ਤੋਂ ਇੱਕ ਅਸਧਾਰਨ ਡਰਾਉਣਾ ਜਿਹਾ ਹੋ ਗਿਆ ਸੀ, ਪਰ ਬਾਰਬ ਜਿਹੜੀ ਆ ਉਹ ਫਿਰ ਵੀ ਉਹਨੂੰ ਪਿਆਰ ਕਰਦੀ ਸੀ ਤੇ ਉਹਦੇ ਨਾਲ ਉਹਨੇ ਵਿਆਹ ਕਰਾਇਆ। Her true love brings back hope in ਮੈਲਕਮਸ ਲਾਈਫ। ਤੇ ਉਹਦਾ ਜਿਹੜਾ ਸੱਚਾ ਪਿਆਰ ਸੀ ਮੈਲਕਮ ਦੀ ਜ਼ਿੰਦਗੀ ਵਿੱਚ ਦੁਬਾਰਾ ਉਮੀਦ ਲੈ ਕੇ ਆਉਂਦਾ ਏ। ਨੈਕਸਟ ਹੈਗਾ ਵਾ, ਇੱਥੇ ਬੁੱਕ ਤੇ ਆਪਣਾ ਫਸਟ ਪੁਆਇੰਟ ਪਾ ਕੇ ਲਿਖਿਆ ਵਾ The two young Canadians huddled close to the rusty steel heater। ਜਿਹੜੇ ਦੋ ਨੌਜਵਾਨ ਆ ਕੈਨੇਡਾ ਦੇ ਨਿਵਾਸੀ ਆ, ਇੱਕ ਦੂਜੇ ਨਾਲ ਜੁੜੇ ਹੋਏ ਆ। ਹਡਲ ਦਾ ਮਤਲਬ ਇਹੋ ਹੀ ਹੁੰਦਾ ਵਾ। ਤੇ ਇੱਕ ਪੁਰਾਣੇ ਜੇ ਜੰਗਾਲ ਲੱਗੇ ਸਟੀਲ ਦੇ ਹੀਟਰ ਦੇ ਕੋਲ ਬੈਠੇ ਆ ਦੋਵੇਂ ਜਾਣੇ। ਮਾਲਕੋਲਮ ਅਸਪੈਸਟ 19 ਮਾਲਕੋਲਮ ਦੀ ਮੈਲਕਮ ਬੋਲਾਂਗੇ ਇਹਨੂੰ। ਮੈਲਕਮ ਦੀ ਜਿਹੜੀ ਉਮਰ ਆ ਉਹ ਕਿੰਨੀ ਦੱਸੀ ਗਈ ਆ? 19 ਸਾਲ। ਤੇ ਬਾਰਬ ਬੈਕ ਦੀ ਉਮਰ ਹੈਗੀ ਆ 18 ਦੀ। ਪਰ ਔਨ ਦੇਅਰ ਲੌਂਗੈਸਟ ਡੇਟ ਯੈਟ, ਉਹ ਹੁਣ ਤੱਕ ਦੇ ਆਪਣਾ ਸਭ ਤੋਂ ਲੰਬਾ ਜਿਹੜਾ ਉਹਨਾਂ ਦਾ ਮਿਲਣ ਦਾ ਟਾਈਮ ਹੈ ਉਹ ਹੁਣ ਤੱਕ ਦਾ ਇਹੋ ਹੀ ਹੈ। A hike to Balu Pass 2050 ਮੀਟਰ ਅਪ ਇਨ ਬ੍ਰਿਟਿਸ਼ ਕੋਲੰਬੀਆ ਗਲੇਸ਼ੀਅਰ ਨੈਸ਼ਨਲ ਪਾਰਕ। ਕਿੱਥੇ ਨੇ ਉਹ ਲੋਕੇਸ਼ਨ ਜੀ ਦੱਸੀ ਆ ਇਹਨਾਂ ਦੀ? ਬ੍ਰਿਟਿਸ਼ ਕੋਲੰਬੀਆ ਦੇ ਗਲੇਸ਼ੀਅਰ ਨੈਸ਼ਨਲ ਪਾਰਕ ਦੇ ਅੰਦਰ ਵੱਲ ਸਥਿਤ ਬਾਲੂ ਜਿਹੜਾ ਲਿਖਿਆ ਏ ਬਾਲੂ ਪਾਸ। ਤੇ ਉਥੋਂ ਬੜੀ ਹੀ ਜਿੱਦਾਂ ਲੌਂਗੈਸਟ ਵਾਕ, ਲੰਬੀ ਪੈਦਲ ਯਾਤਰਾ ਦੇ ਉੱਪਰ ਨਿਕਲ ਕੇ ਉਹ ਕਿੱਥੇ ਪਹੁੰਚ ਕੇ ਕਿੰਨੀ ਉਚਾਈ ਤੇ 2050 ਮੀਟਰ ਇੰਨੇ ਉੱਪਰ ਉਹ ਜਾ ਚੁੱਕੇ ਨੇ। Yesterday the climb had seemed a pleasantly uncomplicated way to celebrate a day off from their hot, noisy kitchen work in the park lodge। Yesterday ਮਤਲਬ ਕੱਲ ਉਹਨਾਂ ਨੇ ਇਹ ਚੜਾਈ ਇੱਕ ਜਿੱਦਾਂ ਕਹਿ ਲਈਏ ਵੀ ਸੁੰਦਰ ਤੇ ਸੌਖਾ ਜਿਹਾ ਰਸਤਾ ਜਾਪੀ। ਜੇ ਪਿਛਲੇ ਦਿਨ ਦੀ ਗੱਲ ਕਰੀਏ ਉਹਨਾਂ ਨੂੰ ਇੰਨੀ ਚੜਾਈ ਇਹ ਲੱਗੀ ਨਹੀਂ 2050 ਮੀਟਰ, ਉਹ ਬੜਾ ਆਸਾਨੀ ਨਾਲ ਆ ਗਏ। ਤੇ ਉੱਪਰ ਆ ਕੇ ਆਪਣੇ ਜਿਹੜਾ ਪੌਰ ਕਲਾਸ ਹੈ ਜਿਹੜਾ ਉਹਨਾਂ ਦਾ, ਉੱਥੇ ਗਰਮੀ ਸ਼ੋਰ ਸ਼ਰਾਬੇ ਭਰੇ ਰਸੋਈ ਘਰ ਵਿੱਚ ਠੀਕ ਹੈ ਉਹ ਹੁਣ 2050 ਮੀਟਰ ਉਚਾਈ ਤੇ ਆ ਕੇ ਜੋ ਵੀ ਉੱਥੇ ਕਿਚਨ ਦੇ ਵਿੱਚ ਕੰਮ ਵਗੈਰਾ ਕਰਦੇ ਪਏ ਆ, ਜੋ ਵੀ ਉਹਨਾਂ ਦਾ ਪਾਰਕ ਲੌਜ ਦਾ ਕਿਚਨ ਆ, ਤੇ ਉੱਥੇ ਆਪਣਾ ਟਾਈਮ ਗੁਜ਼ਾਰਦੇ ਪਏ ਆ, ਆਪਣਾ ਡੇ ਆਫ ਕਰਦੇ ਪਏ ਆ, ਜੋ ਵੀ ਸੈਲੀਬ੍ਰੇਟ ਕਰਦੇ ਪਏ, ਆਪਣਾ ਸਮਾਂ ਗੁਜ਼ਾਰਦੇ ਪਏ ਨੇ। The hike had gone smoothly until they reached the top। ਜਿੱਦਾਂ ਟੌਪ ਤੱਕ, ਚੋਟੀ ਤੱਕ ਪਹੁੰਚਣ ਤੱਕ ਤਾਂ ਜਿਹੜੀ ਹੈਗੀ ਸੀ ਚੜਾਈ ਉਹ ਬੜੀ ਹੀ ਆਰਾਮ ਨਾਲ ਚੱਲਦੀ ਰਹੀ। But there they had been unexpectedly caught in a freak snow flurry and forced to spend the night in one of the park's alpine cabins। ਪਰ ਇੱਕਦਮ ਉੱਥੇ ਬਰਫ਼ਬਾਰੀ ਜੀ ਹੁੰਦੀ ਜਿਹ 'ਚ ਉਹ ਫਸ ਜਾਂਦੇ ਆ ਤੇ ਉੱਪਰ ਹੀ ਪਹਾੜੀ ਦੀ ਇੱਕ ਝੌਂਪੜੀ ਦੇ ਵਿੱਚ ਰਾਤ ਉਹਨਾਂ ਨੂੰ ਕੱਟਣੀ ਪੈਂਦੀ ਹੈ। ਨਾਓ ਨੈਕਸਟ ਮਾਰਨਿੰਗ, ਅਗਲੀ ਸਵੇਰ ਕੀ ਹੁੰਦਾ? The two sat on the floor, ਉਹ ਦੋਵੇਂ ਫਰਸ਼ ਤੇ ਬੈਠੇ ਹੁੰਦੇ ਨੇ। ਟਾਕਿੰਗ ਐਂਡ ਲਾਫਿੰਗ, ਗੱਲਾਂ ਕਰਦੇ ਤੇ ਹੱਸਦੇ ਹੋਏ।
ਦੇ ਹੈਡ ਮੈਟ 2 months ਬਿਫੋਰ, ਉਹ ਇੱਕ ਦੂਜੇ ਨੂੰ 2 ਮਹੀਨਾ ਪਹਿਲਾਂ ਹੀ ਮਿਲੇ ਸਨ। ਐਂਡ ਹੈਡ ਸਪੈਂਟ ਮੈਨੀ ਆਰਸ ਟੂਗੈਦਰ, ਤੇ ਕਈ ਘੰਟੇ ਇਕੱਠੇ ਗੁਜ਼ਾਰ ਚੁੱਕੇ ਸਨ ਉਹ ਦੋਵੇਂ। both loved the mountains enough to spend their holidays doing kitchen work just to be near the Canadian peaks, ਦੋਵੇਂ ਪਹਾੜਾਂ ਨੂੰ ਕਾਫੀ ਪਿਆਰ ਕਰਦੇ ਨੇ। ਤੇ ਉਹ ਜਿੱਦਾਂ ਕਹਿ ਲਓ ਵੀ ਜਿਹੜੀਆਂ ਕੈਨੇਡਾ ਦੀਆਂ ਪਹਾੜੀਆਂ ਵਾ ਉਹਨਾਂ ਦੇ ਕੋਲ ਰਹਿ ਕੇ ਹੀ ਉਹ ਰਸੋਈ ਦਾ ਕੰਮ ਕਰਦੇ ਹੋਏ ਆਪਣਾ ਛੁੱਟੀਆਂ ਬਿਤਾਉਂਦੇ ਸਨ। It was the first day of October 1971, ਅਕਤੂਬਰ ਮਹੀਨੇ 1971 ਦਾ ਇਹ ਪਹਿਲਾ ਦਿਨ ਸੀ। ਐਂਡ ਦਾ ਸਮਰ ਸੀਜ਼ਨ ਹੈਡ ਜਸਟ ਐਂਡਿਡ, ਤੇ ਜਿਹੜਾ ਗਰਮੀ ਦੀ ਰੁੱਤ ਵੀ ਖਤਮ ਹੋਣ ਤੇ ਆਈ ਸੀ। There were no unshuttered window in the cabin, ਜਿੱਥੇ ਉਹ ਹੈਗੇ ਸੀ ਉਹਨਾਂ ਦੇ ਕੈਬਿਨ ਦੇ ਵਿੱਚ ਕੋਈ ਵੀ ਖੁੱਲੀ ਖਿੜਕੀ ਨਹੀਂ ਹੈਗੀ। ਅਨਸ਼ਟਡ ਜਿੱਦਾਂ ਆਪਾਂ ਕਹਿ ਸਕਦੇ ਜਿਹੜੀ ਖਿੜਕੀ ਖੁੱਲੀ ਹੋਵੇ ਉੱਥੇ ਕੋਈ ਵੀ ਖੁੱਲੀ ਖਿੜਕੀ ਨਹੀਂ ਹੈਗੀ। ਸੋ ਪੀਰੀਓਡਿਕਲੀ ਮੈਲਕਮ ਵੁੱਡ ਓਪਨ ਦਾ ਡੋਰ ਐਂਡ ਚੈੱਕ ਵੈਦਰ ਕੰਡੀਸ਼ਨ, ਤੇ ਇਸ ਲਈ ਜਿਹੜਾ ਮਾਲਕਮ ਹੀ ਥੋੜੀ ਥੋੜੀ ਦੇਰ ਬਾਅਦ ਦਰਵਾਜ਼ਾ ਖੋਲਦਾ ਸੀ ਤੇ ਬਾਹਰ ਦੇ ਮੌਸਮ ਦੀ ਸਥਿਤੀ ਦਾ ਜਾਇਜ਼ਾ ਲੈਂਦਾ ਸੀ। ਅਬਾਊਟ ਮਿਡ ਮਾਰਨਿੰਗ ਦਾ ਸਨੋ ਸਟਾਪਡ, ਅੱਧੀ ਸਵੇਰ ਦੇ ਲਗਭਗ ਬਰਫ਼ ਪੈਣੀ ਬੰਦ ਹੋ ਗਈ। ਐਂਡ ਦਾ ਯੰਗ ਕਪਲ ਬਿਗਨ ਦੇਅਰ ਡਿਸੈਂਟ ਹਾਈਕ, ਤੇ ਜਿਹੜੇ ਨੌਜਵਾਨ ਜੋੜਾ ਹੀ ਦੋਵੇਂ ਕਪਲ ਹੀ ਇਹਨਾਂ ਨੇ ਜੋ ਵੀ ਆਪਣੀ ਹਾਈਕ ਹੀ ਉੱਪਰ ਨੂੰ ਜਾਣਾ ਹੀ ਉਹ ਸ਼ੁਰੂ ਕਰ ਦਿੱਤਾ, ਚੜਾਈ ਚੜ੍ਹਨੀ ਸ਼ੁਰੂ ਕਰ ਦਿੱਤੀ। ਬਾਰਬ ਵੀਰਿੰਗ ਸਮੂਥ ਸੋਲਡ ਨੀ ਹਾਈ ਫੈਸ਼ਨ ਬੂਟ ਕੀਪ ਸਲਿਪਿੰਗ ਐਂਡ ਫਾਲਿੰਗ ਔਨ ਦਾ ਆਈਸ, ਜਿਹੜੀ ਬਾਰਬ ਹੀ ਉਹਨੇ ਫਲੈਟ ਜਿੱਦਾਂ ਜਿਹਦਾ ਬੋਟਮ ਜਿਹੜਾ ਤਲਾ ਜਿਹੜਾ ਹੁੰਦਾ ਉਹ ਸਾਫ਼ ਹੁੰਦਾ ਤੇ ਗੋਡਿਆਂ ਤੱਕ ਉਚਾਈ ਵਾਲੇ ਫੈਸ਼ਨਡ ਬੂਟ ਜਿੱਦਾਂ ਸਜਾਵਟ ਵਾਲੇ ਬੂਟ ਪਾਏ ਸੀ ਤੇ ਉਹ ਫਿਸਲਦੀ ਹੀ ਬਰਫ਼ ਤੇ ਡਿੱਗਦੀ ਜਾ ਰਹੀ ਸੀ। ਜਿਹੜਾ ਇੱਥੇ ਆਇਆ ਨਾ ਕਿਚਨ ਵਰਕ ਕਰਦੇ ਸੀ, ਕਿਚਨ ਵਰਕ ਜਿੱਦਾਂ ਜੋ ਵੀ ਵੈਸਟਰਨ ਕੰਟਰੀਜ਼ ਆ ਉੱਥੋਂ ਦੇ ਨੌਜਵਾਨ ਜਿਨ੍ਹਾਂ ਕੋਲ ਪੈਸੇ ਘੱਟ ਹੋਣ ਉਹ ਆਪਣਾ ਜੋ ਵੀ ਖਰਚ ਕਰਨ ਲਈ ਜਿੱਦਾਂ ਜੇ ਉਹ ਹਾਈਕਿੰਗ ਤੇ ਗਏ ਆ ਸਫ਼ਰ ਤੇ ਗਏ ਆ ਉੱਥੇ ਰਸਤੇ ਵਿੱਚ ਆਉਣ ਵਾਲੇ ਜਿੰਨੇ ਵੀ ਹੋਟਲਸ ਹੁੰਦੇ ਉਹ 'ਚ ਕਿਚਨ ਦਾ ਵਰਕ ਕਰਕੇ ਉੱਥੋਂ ਪੈਸੇ ਪ੍ਰਾਪਤ ਕਰ ਲੈਂਦੇ ਨੇ, ਤਾਂ ਕਰਕੇ ਇੱਥੇ ਕਿਚਨ ਵਰਕ ਆਇਆ ਉੱਪਰਲੇ ਪਾਰਟਸ ਵਿੱਚ। ਠੀਕ ਹੈ, ਇੱਥੋਂ ਤੱਕ ਅੱਜ ਕਰੀਏ ਆਪਾਂ, ਥਰਡ ਤੋਂ ਪੜਾਂਗੇ ਨੈਕਸਟ ਡੇ।